ਨੈਕਸਟ ਬੇਟਾ ਇਹਦਾ ਪੁਆਇੰਟ ਹੈਗਾ ਜੀ ਪ੍ਰੋਪਰ ਸਟ੍ਰੈਚਿੰਗ ਐਕਸਰਸਾਈਜ਼ ਮਸਲ ਦੀ ਕੰਟਰੈਕਟ ਕਰਨ ਅਤੇ ਇੰਜਰੀ ਲੱਗਣ ਦੇ ਰਿਸਕ ਨੂੰ ਘਟਾਉਣ ਦੀ ਐਬਿਲਿਟੀ ਵਿੱਚ ਸੁਧਾਰ ਕਰ ਸਕਦੀ ਹੈ। ਸਟ੍ਰੈਚਿੰਗ ਨੂੰ ਰੋਜ਼ਾਨਾ ਤੰਦਰੁਸਤੀ ਯੋਜਨਾ ਵਿੱਚ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਆਪਣੇ ਵਾਰਮ ਅਪ ਦੇ ਹਿੱਸੇ ਵਜੋਂ ਸਟ੍ਰੈਚਿੰਗ ਅਤੇ ਮਸਲ ਵਿੱਚ ਬਲੱਡ ਫਲੋ ਵਿੱਚ ਹੈਲਪ ਕਰਦਾ ਹੈ, ਫਲੈਕਸੀਬਿਲਿਟੀ ਵਧਾਉਂਦਾ ਹੈ ਅਤੇ ਨਿਊ ਇੰਜਰੀਜ਼ ਜਾਂ ਪੁਰਾਣੀ ਨੂੰ ਵਧਾਉਣ ਦੀ ਸੰਭਾਵਨਾ ਨੂੰ ਘਟਾਉਂਦਾ ਹੈ। ਯਾਦ ਰੱਖੋ, ਹਾਲਾਂਕਿ ਸਿਰਫ ਉਦੋਂ ਸਟ੍ਰੈਚ ਕਰੋ ਜਦੋਂ ਤੁਹਾਡੀਆਂ ਮਸਲਸ ਵਾਰਮ ਹੋਣ। ਜੇ ਮਸਲ ਗਰੁੱਪ ਸ਼ਾਮਲ ਕਰੋ ਜੋ ਤੁਸੀਂ ਹੋਵੋਗੇ ਆਪਣੀ ਐਕਟੀਵਿਟੀ ਵਿੱਚ ਯੂਜ਼ ਕਰਨਾ ਹੈ। ਪ੍ਰੋਪਰ ਥਰਡ ਪੁਆਇੰਟ ਹੈਗਾ ਜੀ ਪ੍ਰੋਪਰ ਕੰਡੀਸ਼ਨਿੰਗ। ਟ੍ਰੇਨਿੰਗ ਦੌਰਾਨ ਕੰਡੀਸ਼ਨਿੰਗ ਐਕਸਰਸਾਈਜ਼ ਸਪੋਰਟਸ ਵਿੱਚ ਵਰਤੀਆਂ ਜਾਂਦੀਆਂ ਮਸਲ ਨੂੰ ਮਜ਼ਬੂਤ ਕਰਦੇ ਹਨ। ਐਥਲੀਟਾਂ ਲਈ ਇੰਪੋਰਟੈਂਟ ਹੈ ਕਿ ਉਹ ਜੋ ਖੇਡਾਂ ਜਾਂ ਐਕਟੀਵਿਟੀ ਕਰ ਰਹੇ ਹਨ ਉਹਨਾਂ ਨੂੰ ਬਦਲ ਰਹੇ ਹਨ ਤਾਂ ਜੋ ਉਹ ਉਸੇ ਮਸਲ ਅਤੇ ਜੁਆਇੰਟ 'ਤੇ ਲਗਾਤਾਰ ਸਟ੍ਰੈਸ ਨਹੀਂ ਲਗਾ ਰਹੇ। ਵੇਟ ਟ੍ਰੇਨਿੰਗ ਅਤੇ ਸਰਕਟ ਟ੍ਰੇਨਿੰਗ ਦੇ ਮੈਥਡ ਸਹੀ ਕੰਡੀਸ਼ਨ ਵਿੱਚ ਇੰਪੋਰਟੈਂਟ ਰੋਲ ਪਲੇ ਕਰਦੇ ਹਨ। ਨੰਬਰ 4 ਪਲੈਨਿੰਗ ਏ ਸੈਸ਼ਨ। ਕਿਸੇ ਵੀ ਟ੍ਰੇਨਿੰਗ ਪ੍ਰੋਗਰਾਮ ਦੀ ਕੇਅਰਫੁਲੀ ਪਲੈਨਡ ਨੂੰ ਧਿਆਨ ਵਿੱਚ ਰੱਖਦਿਆਂ ਕੋਈ ਪਲਾਨ ਕਰਨਾ ਚਾਹੀਦਾ ਹੈ। ਫ੍ਰੀਕੁਐਂਸੀ, ਇੰਟੈਂਸਿਟੀ, ਡਿਊਰੇਸ਼ਨ ਐਂਡ ਟ੍ਰੇਨਿੰਗ ਵਿਧੀ ਦੀ ਕਿਸਮ। ਜੇ ਪ੍ਰੋਗਰਾਮ ਨੂੰ ਧਿਆਨ ਨਾਲ ਪੀਰੀਅਡ ਕੀਤਾ ਜਾਂਦਾ ਹੈ ਤਾਂ ਇਹ ਲਾਗੂ ਕੀਤੀਆਂ ਮੰਗਾਂ ਲਈ ਹੌਲੀ ਹੌਲੀ ਖਾਸ ਅਡੈਪਟੇਸ਼ਨ ਦੀ ਆਗਿਆ ਦਿੰਦਾ ਹੈ ਅਤੇ ਟਿਸ਼ੂ ਦੇ ਨੁਕਸਾਨ ਨੂੰ ਘਟਾਉਂਦਾ ਹੈ। ਨੰਬਰ 5 ਹੈਗਾ ਜੀ ਪ੍ਰੋਪਰ ਪਲੇਇੰਗ ਸਰਫੇਸ। ਟ੍ਰੇਨਿੰਗ ਅਤੇ ਕੰਪੀਟੀਸ਼ਨ ਵਿੱਚ ਪ੍ਰੋਪਰ ਸਰਫੇਸ ਹੋਣਾ ਚਾਹੀਦਾ ਹੈ ਜੇ ਸਪੋਰਟਸ ਦੀਆਂ ਮੰਗਾਂ ਦੀ ਪੂਰਤੀ ਲਈ ਆਗਿਆ ਦਿੰਦਾ ਹੈ ਅਤੇ ਸਰੀਰ ਵਿੱਚ ਜਾਣ ਵਾਲੀਆਂ ਫੋਰਸਿਸ ਨੂੰ ਘਟਾਉਂਦਾ ਹੈ। ਰਿਸਕ ਦੀ ਪਹਿਚਾਣ ਕਰਨ ਲਈ ਸਾਰੇ ਟ੍ਰੇਨਿੰਗ ਇਨਵਾਇਰਮੈਂਟ 'ਤੇ ਰਿਸਕ ਦਾ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ। ਅੱਗੇ ਹੈਗਾ ਜੀ ਨੰਬਰ 6 ਪ੍ਰੋਟੈਕਟਿਵ ਇਕੁਇਪਮੈਂਟ। ਪ੍ਰੋਟੈਕਟਿਵ ਇਕੁਇਪਮੈਂਟ ਦੀ ਵਰਤੋਂ ਵੱਖ-ਵੱਖ ਸਪੋਰਟਸ ਦੇ ਪ੍ਰੈਕਟਿਸ ਵਿੱਚ ਵੱਖੋ ਵੱਖਰੀ ਹੁੰਦੀ ਹੈ। ਪ੍ਰੋਟੈਕਟਿਵ ਇਕੁਇਪਮੈਂਟ ਨੁਕਸਾਨਦੇਹ ਮੂਵਮੈਂਟ ਨੂੰ ਰੋਕ ਸਕਦੇ ਹਨ, ਸ਼ੌਕ ਐਂਡ ਫੋਰਸ ਨੂੰ ਘਟਾ ਸਕਦੇ ਹਨ ਜਾਂ ਫੈਲਾ ਸਕਦੇ ਹਨ ਅਤੇ ਬਲੌਕ ਫੋਰਸਸ ਲਈ ਸ਼ੀਲਡ ਵਜੋਂ ਕੰਮ ਕਰਦੇ ਹਨ। ਪਲੇਅਰਸ ਨੂੰ ਉਚਿਤ ਅਤੇ ਸਹੀ ਫਿੱਟ ਕਰਨਾ ਚਾਹੀਦਾ ਹੈ। ਪ੍ਰੋਟੈਕਟਿਵ ਇਕੁਇਪਮੈਂਟ ਜਿਵੇਂ ਪੈਡ ਹੁੰਦੇ ਆ ਨੈਕ ਦੇ, ਸ਼ੋਲਡਰ ਦੇ, ਐਲਬੋ ਦੇ, ਚੈਸਟ ਦੇ, ਨੀ ਦੇ, ਸ਼ਿਨ ਦੇ, ਹੈਲਮਟ, ਮਾਊਥ ਪੀਸਿਸ ਜਿਹੜੇ ਆਪਾਂ ਬਾਕਸਿੰਗ ਵਿੱਚ ਯੂਜ਼ ਕਰਦੇ ਹਾਂ, ਫੇਸ ਗਾਰਡ, ਪ੍ਰੋਟੈਕਟਿਵ ਕੱਪਸ ਐਂਡ ਆਈਵੀਅਰਸ। ਨੰਬਰ 7 ਫੋਕਸ ਔਨ ਰਾਈਟ ਟੈਕਨੀਕ। ਕਿਸੇ ਵੀ ਸਪੋਰਟਸ ਐਕਟੀਵਿਟੀ ਲਈ ਗਲਤ ਟੈਕਨੀਕ ਦੇ ਨਤੀਜੇ ਵਜੋਂ ਇੰਜਰੀ ਹੋ ਸਕਦੀ ਹੈ। ਕਰੈਕਟ ਵਧੇਰੇ ਐਫੀਸ਼ੈਂਟਲੀ ਨਾਲ ਪਰਫਾਰਮ ਕਰੋ ਅਤੇ ਆਪਣੇ ਸੈਸ਼ਨ ਤੋਂ ਵਧੇਰੇ ਲਾਭ ਪ੍ਰਾਪਤ ਕਰੋ। ਐਕਸਰਸਾਈਜ਼ ਪ੍ਰੋਫੈਸ਼ਨਲ ਔਰ ਖੇਡ ਕੋਚ ਤੋਂ ਗਾਈਡਿੰਗ ਦੇਣ ਦੇ ਯੋਗ ਹੋਵੇਗਾ ਜਾਂ ਤਾਂ ਜੋ ਤੁਸੀਂ ਸ਼ੁਰੂਆਤ ਵਿੱਚ ਸਹੀ ਟ੍ਰੇਨਿੰਗ ਪ੍ਰੋਟੋਕੋਲ ਸਿੱਖ ਸਕੋ। ਨੰਬਰ 8 ਐਡਹੈਰੈਂਸ ਦਾ ਰੂਲਸ ਚੀਜ਼ਾਂ ਨੂੰ ਸੁਰੱਖਿਅਤ ਬਣਾਉਣ ਲਈ ਤਿਆਰ ਕੀਤੇ ਜਾਂਦੇ ਹਨ। ਇਹ ਕਿਸੇ ਵੀ ਵਿਅਕਤੀ ਲਈ ਇੰਪੋਰਟੈਂਟ ਹਨ ਜੋ ਕੰਟੈਕਟ ਸਪੋਰਟਸ ਵਿੱਚ ਪਾਰਟੀਸਪੇਟ ਕਰਦੇ ਹਨ। ਜੇ ਸਾਰੇ ਪਰਫਾਰਮਰ ਸਪੋਰਟਸ ਦੇ ਰੂਲਸ ਐਂਡ ਲਾਜ਼ ਬਾਰੇ ਜਾਣੂ ਹੋਣ ਅਤੇ ਉਹਨਾਂ ਦੀ ਪਾਲਣਾ ਕਰਨ ਤਾਂ ਇੰਜਰੀਜ਼ ਘੱਟ ਸਕਦੀਆਂ ਹਨ। ਇੰਡੀਵਿਜੂਅਲਸ ਵਿੱਚ ਕੋਚ ਹੋਣਾ ਚਾਹੀਦਾ ਹੈ। ਇੰਜਰੀਜ਼ ਨੂੰ ਸੀਮਿਤ ਕਰਨ ਲਈ ਅਸਰਸ਼ਨ ਐਂਡ ਅਗਰੈਸ਼ਨ ਵਿਚਕਾਰ ਡਿਫਰੈਂਸ ਹੋਣਾ ਚਾਹੀਦਾ ਹੈ। ਜੋ ਖਿਡਾਰੀ ਦੇ ਸਪੋਰਟਸ ਨੂੰ ਜਾਣਦੇ ਹਨ ਕਿ ਕੀ ਲੀਗਲ ਹੈ ਅਤੇ ਕੀ ਨਹੀਂ ਤਾਂ ਘੱਟ ਇੰਜਰੀਜ਼ ਹੋਣਗੀਆਂ। ਨੰਬਰ 9 ਰੈਗੂਲਰ ਫਿਟਨੈਸ ਟ੍ਰੇਨਿੰਗ। ਕਿਸੇ ਸਪੋਰਟਸ ਵਿੱਚ ਪਾਰਟੀਸਪੇਟ ਕਰਨ ਲਈ ਸਾਰੇ ਪਲੇਅਰਸ ਨੂੰ ਉਸ ਸਪੋਰਟਸ ਜਾਂ ਐਕਸਰਸਾਈਜ਼ ਦੀਆਂ ਮੰਗਾਂ ਨੂੰ ਪੂਰੀਆਂ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਵਿਅਕਤੀਆਂ ਨੂੰ ਟ੍ਰੇਨਿੰਗ ਦੇਣ ਦਾ ਮੁਕਾਬਲਾ ਕਰਨ ਲਈ ਕਾਫੀ ਟ੍ਰੇਨ ਹੋਣਾ ਚਾਹੀਦਾ ਹੈ। ਰੈਗੂਲਰ ਫਿਟਨੈਸ ਟੈਸਟਿੰਗ ਇਹ ਸੁਨਿਸ਼ਚਿਤ ਕਰੇ ਕਿ ਵਿਅਕਤੀਆਂ ਦੀ ਸੇਫਟੀ ਅਤੇ ਐਫੀਸ਼ੈਂਟਲੀ ਢੰਗ ਨਾਲ ਹਿੱਸਾ ਲੈਣ ਲਈ ਬੇਸਿਕ ਫਿਟਨੈਸ ਹੈ। ਜਦੋਂ ਤੁਹਾਨੂੰ ਇੰਜਰੀਜ਼ ਹੁੰਦੀ ਹੈ ਤਾਂ ਇੰਜਰੀ ਹੋਣ ਤੋਂ ਪਹਿਲਾਂ ਪੂਰੀ ਤਰ੍ਹਾਂ ਠੀਕ ਹੋਣ ਦਾ ਮੌਕਾ ਮਿਲਦਾ ਹੈ। ਇਹ ਇੱਕ ਬੁਰਾ ਵਿਚਾਰ ਹੈ ਕਿ ਇਹ ਇੱਕ ਵਰਸ ਇੰਜਰੀ ਹੋ ਸਕਦੀ ਹੈ ਜੋ ਕਿ ਤੁਹਾਨੂੰ ਲੰਬੇ ਸਮੇਂ ਤੱਕ ਸਾਈਡਲਾਈਨ ਕਰ ਸਕਦੀ ਹੈ। ਨੰਬਰ 10 ਸਾਈਕੋਲੋਜੀਕਲ ਟ੍ਰੇਨਿੰਗ। ਮੈਂਟਲ ਸਕਿੱਲਸ ਦੀ ਟ੍ਰੇਨਿੰਗ ਐਂਡ ਪ੍ਰੈਕਟਿਸ ਦੇ ਕੁਝ ਰੂਪ ਐਂਜ਼ਾਈਟੀ ਘਟਾ ਸਕਦੇ ਹਨ, ਧਿਆਨ ਕੇਂਦਰਿਤ ਕਰਨ ਵਿੱਚ ਸੁਧਾਰ ਅਤੇ ਐਥਲੀਟ ਨੂੰ ਖੇਡ ਲਈ ਸਪੋਰਟਸ ਲਈ ਅਚੀਵ ਆਪਟੀਮਲ ਮਤਲਬ ਕਿ ਸਰਵੋਤਮ ਉਤਸ਼ਾਹ ਪ੍ਰਾਪਤ ਕਰਨ ਦੀ ਆਗਿਆ ਦੇ ਕੇ ਇੰਜਰੀਜ਼ ਘਟਾ ਸਕਦੇ ਹਨ। ਨੰਬਰ 11 ਹੈਗਾ ਜੀ ਬੈਲੈਂਸ ਡਾਈਟ। ਇੱਕ ਗੁੱਡ ਨਿਊਟ੍ਰੀਸ਼ਨ ਪਲਾਨ ਇੱਕ ਇਫੈਕਟਿਵ ਐਕਸਰਸਾਈਜ਼
ਪਰਫਾਰਮੈਂਸ ਪ੍ਰੋਗਰਾਮ ਦੀ ਫਾਊਂਡੇਸ਼ਨ ਤੇ ਹੈ, ਕਿਉਂਕਿ ਤੁਹਾਨੂੰ ਆਪਣੇ ਸਰੀਰ ਵਿੱਚ ਪਾਉਣਾ ਪੈਂਦਾ ਹੈ ਜੋ ਤੁਸੀਂ ਬਾਹਰ ਕੱਢਦੇ ਹੋ। ਸਰੀਰ ਤੇ ਸਪੋਰਟਸ ਐਂਡ ਐਕਸਰਸਾਈਜ਼ ਦਾ ਅਰਥ ਹੈ ਤੁਹਾਡੀਆਂ ਨਿਊਟ੍ਰੀਸ਼ਨ ਜ਼ਰੂਰਤਾਂ ਇੱਕ ਸੈਡੈਂਟਰੀ ਪਰਸਨ ਨਾਲੋਂ ਵਧੇਰੇ ਹਨ, ਅਤੇ ਨਿਊਟ੍ਰੀਸ਼ਨ ਦੀ ਅਣਦੇਖੀ ਕੀਤੀ ਜਾਂਦੀ ਹੈ ਤਾਂ ਤੁਹਾਡੀ ਬਾਡੀ ਟ੍ਰੇਨਿੰਗ ਤੋਂ ਸਹੀ ਢੰਗ ਨਾਲ ਠੀਕ ਨਹੀਂ ਹੋ ਸਕੇਗੀ, ਜਿਸ ਨਾਲ ਇਲਨੈਸ ਔਰ ਇੰਜਰੀ ਹੋ ਸਕਦੀ ਹੈ। ਐਥਲੀਟਾਂ ਲਈ ਫਰੂਟ, ਵੈਜੀਟੇਬਲਸ, ਲੀਨ ਪ੍ਰੋਟੀਨ ਨਾਲ ਭਰਪੂਰ ਵੈਲ ਬੈਲੈਂਸਡ ਫੂਡ ਖਾਣ ਦੀ ਨਿਯਮਤ ਸੂਚੀ ਬਣਾਉਣਾ ਬਹੁਤ ਹੀ ਇੰਪੋਰਟੈਂਟ ਹੈ। ਨੈਕਸਟ ਹੈਗਾ ਪੁਆਇੰਟ ਜੀ, ਪ੍ਰੋਪਰ ਹਾਈਡਰੇਸ਼ਨ। ਗਰਮੀ ਨਾਲ ਸੰਬੰਧਿਤ ਬਿਮਾਰੀਆਂ ਐਥਲੀਟਾਂ ਲਈ ਇੱਕ ਅਸਲ ਚਿੰਤਾ ਹੈ। ਖਾਸ ਕਰ ਗਰਮੀ ਅਤੇ ਨਮੀ ਵਾਲੇ ਦਿਨਾਂ ਵਿੱਚ ਪਲੇਅਰਸ ਨੂੰ ਖੇਡਣ ਤੋਂ ਪਹਿਲਾਂ ਅਤੇ ਬਾਅਦ ਲੋੜੀਂਦਾ ਪਾਣੀ ਪੀਣਾ ਚਾਹੀਦਾ ਹੈ, ਅਤੇ ਬਿਮਾਰੀ ਨਾਲ ਸੰਬੰਧਿਤ ਕੋਈ ਵੀ ਲੱਛਣਾਂ ਦੀ ਨਿਗਰਾਨੀ ਕਰਨੀ ਚਾਹੀਦੀ ਹੈ, ਜਿਸ ਵਿੱਚ ਫਟੀਕ, ਨਿਓਸਾ, ਵੋਮਟਿੰਗ, ਕਨਫਿਊਜ਼ਨ ਐਂਡ ਫੇਂਟਿੰਗ ਮਤਲਬ ਬੇਹੋਸ਼ੀ ਸ਼ਾਮਲ ਹਨ। ਜੋ ਵੀ ਤੁਸੀਂ ਖੇਡਦੇ ਹੋ, ਡੀਹਾਈਡਰੇਸ਼ਨ ਤੋਂ ਬਚਣ ਲਈ ਆਪਣੇ ਫਲੂਇਡ ਲੈਵਲ ਨੂੰ ਮੇਨਟੇਨ ਬਣਾਈ ਰੱਖਣਾ ਜ਼ਰੂਰੀ ਹੈ। ਡੀਹਾਈਡਰੇਸ਼ਨ ਪਰਫਾਰਮੈਂਸ ਨੂੰ ਪ੍ਰਭਾਵਿਤ ਕਰਦੀ ਹੈ, ਕਿਉਂਕਿ ਬਲੱਡ ਦੀ ਮਾਤਰਾ ਘੱਟ ਹੋਵੇਗੀ ਅਤੇ ਘੱਟ ਆਕਸੀਜਨ ਤੁਹਾਡੇ ਕੰਮ ਕਰਨ ਵਾਲੀਆਂ ਮਸਲ ਨੂੰ ਦਿੱਤੀ ਜਾਵੇਗੀ। ਨੰਬਰ 13, ਪ੍ਰੋਪਰ ਕੂਲ ਡਾਊਨ। ਕੂਲ ਡਾਊਨ ਨੂੰ ਆਪਣੀ ਐਕਸਰਸਾਈਜ਼ ਦੇ ਰੂਟੀਨ ਦੇ ਅਖੀਰਲੇ ਪੜਾਅ ਦੇ ਰੂਪ ਵਿੱਚ ਬਣਾਓ। ਕੂਲ ਡਾਊਨ ਤੁਹਾਡੇ ਸੈਸ਼ਨ ਵੇਸਟ ਪ੍ਰੋਡਕਟ ਨੂੰ ਬਾਹਰ ਕੱਢਦਾ ਹੈ ਅਤੇ ਤੁਹਾਡੇ ਦਿਲ ਦੀ ਧੜਕਣ, BP, ਬਰੀਥਿੰਗ ਨੂੰ ਆਪਣੇ ਪ੍ਰੀ ਐਕਸਰਸਾਈਜ਼ ਲੈਵਲ 'ਤੇ ਸੇਫਟੀ ਦੇ ਰੂਪ ਵਿੱਚ ਵਾਪਸ ਕਰਦਾ ਹੈ। ਇਹ ਤੁਹਾਡੀ ਐਕਟੀਵਿਟੀ ਦੇ ਦੌਰਾਨ ਵਰਤੀਆਂ ਗਈਆਂ ਮਸਲਸ ਤੋਂ ਵੇਟ ਪ੍ਰੋਡਕਟ ਨੂੰ ਕੱਢਣ ਵਿੱਚ ਹੈਲਪ ਕਰਦਾ ਹੈ, ਉਹਨਾਂ ਨੂੰ ਨਿਊਟ੍ਰੀਸ਼ਨ ਐਂਡ ਆਕਸੀਜਨ ਨਾਲ ਬਦਲਦਾ ਹੈ। ਇਹ ਜੈਂਟਲ ਕੂਲ ਡਾਊਨ ਪੀਰੀਅਡ ਦਾ ਮਤਲਬ ਹੈ ਕਿ ਤੁਸੀਂ ਮਸਲ 'ਤੇ ਘੱਟ ਸਟਿਫਨੈਸ ਐਂਡ ਸੋਰਨੈਸ ਮਹਿਸੂਸ ਕਰੋਗੇ। ਇਹ ਕੂਲ ਡਾਊਨ ਹੋਣ ਵਿੱਚ ਆਮ ਤੌਰ 'ਤੇ ਕੁਝ ਮਿੰਟਾਂ ਦਾ ਲੋ ਇੰਟੈਂਸਿਟੀ ਐਕਸਰਸਾਈਜ਼ ਹੁੰਦੀ ਹੈ, ਜਿਵੇਂ ਕਿ ਜੋਗਿੰਗ, ਸਾਈਕਲਿੰਗ। ਇਸ ਤੋਂ ਬਾਅਦ ਕੁਝ ਨਿਰੰਤਰ ਸਟ੍ਰੈਚਿੰਗ ਹੁੰਦੀ ਹੈ। ਨੰਬਰ 14 ਹੈਗਾ ਜੀ, ਪ੍ਰੋਪਰ ਰੈਸਟ। ਹਰ ਉਮਰ ਦੇ ਐਥਲੀਟ ਨੂੰ ਪ੍ਰੈਕਟਿਸ, ਸਪੋਰਟਸ ਐਂਡ ਈਵੈਂਟ ਦੇ ਵਿਚਕਾਰ ਆਰਾਮ ਕਰਨ ਦੀ ਜ਼ਰੂਰਤ ਹੁੰਦੀ ਹੈ, ਜਦੋਂ ਕਿ ਬਹੁਤ ਸਾਰੇ ਐਥਲੀਟ ਸੋਚਦੇ ਹਨ ਕਿ ਜਿੰਨਾ ਜ਼ਿਆਦਾ ਟ੍ਰੇਨਿੰਗ ਕਰਦੇ ਹਾਂ ਓਨਾ ਹੀ ਵਧੀਆ ਉਹ ਖੇਡਣਗੇ। ਇਹ ਬਹੁਤ ਵੱਡਾ ਭੁਲੇਖਾ ਹੈ। ਰੈਸਟ ਸਹੀ ਟ੍ਰੇਨਿੰਗ ਦਾ ਇੰਪੋਰਟੈਂਟ ਪਾਰਟ ਹੈ। ਰੈਸਟ ਤੁਹਾਨੂੰ ਮਜ਼ਬੂਤ ਬਣਾ ਸਕਦੀ ਹੈ ਅਤੇ ਜ਼ਿਆਦਾ ਵਰਤੋਂ ਨਾਲ ਫਟੀਕ ਐਂਡ ਪੂਅਰ ਜਜਮੈਂਟ ਇੰਜਰੀ ਤੋਂ ਬਚਿਆ ਜਾ ਸਕਦਾ ਹੈ। ਜੇ ਫਟੀਕ ਜਾਂ ਕਿਸੇ ਤਰ੍ਹਾਂ ਦੀ ਇੰਜਰੀ ਨਾਲ ਪੀੜਤ ਹੈ ਤਾਂ ਐਕਸਰਸਾਈਜ਼ ਕਰਨ ਤੋਂ ਪਰਹੇਜ਼ ਕਰੋ। ਇੰਜਰੀ ਹੋ ਸਕਦੀ ਹੈ। ਆਮ ਤੌਰ 'ਤੇ ਨੌਜਵਾਨ ਐਥਲੀਟਾਂ ਵਿੱਚ ਸਭ ਤੋਂ ਆਮ ਇੰਜਰੀ ਘੱਟ ਆਰਾਮ ਨਾਲ ਹੁੰਦੀਆਂ ਹਨ। ਨੰਬਰ 15, ਅਡੈਪਟ ਦਾ ਕੰਡੀਸ਼ਨਸ। ਉਹ ਏਰੀਆਸ ਐਂਡ ਕੰਡੀਸ਼ਨਸ ਨੂੰ ਅਡੋਪਟ ਕਰਨਾ ਜਿੱਥੇ ਤੁਸੀਂ ਫਿਜ਼ੀਕਲ ਐਕਟੀਵਿਟੀ ਵਿੱਚ ਪਾਰਟੀਸਪੇਟ ਕਰਦੇ ਹੋ। ਇਹ ਸੁਨਿਸ਼ਚਿਤ ਕਰਨ ਵਿੱਚ ਹੈਲਪ ਕਰਦੀ ਹੈ ਕਿ ਸਰੀਰ ਕੰਡੀਸ਼ਨ ਨੂੰ ਸੰਭਾਲਣ ਲਈ ਤਿਆਰ ਹੈ। ਸਾਡਾ ਸਰੀਰ ਵਾਰਮ ਕੰਡੀਸ਼ਨਸ ਵਿੱਚ ਐਕਸਰਸਾਈਜ਼ ਕਰਨ ਦੇ ਅਨੁਕੂਲ ਹੋ ਸਕਦਾ ਹੈ, ਪਰ ਇਸ ਵਿੱਚ ਕਈ ਹਫ਼ਤੇ ਲੱਗ ਸਕਦੇ ਹਨ। ਨੰਬਰ 16, ਪ੍ਰੋਗਰੈਸ ਗ੍ਰੈਜੂਅਲੀ। ਆਪਣੀਆਂ ਸੀਮਾਵਾਂ ਨੂੰ ਜਾਣਨ ਦਾ ਮਤਲਬ ਕਿ ਤੁਹਾਡੇ ਕੋਲ ਸਪੋਰਟਸ ਇੰਜਰੀ ਹੋਣ ਦੀ ਘੱਟ ਸੰਭਾਵਨਾ ਹੈ। ਬਹੁਤ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਨਾ ਜਦੋਂ ਤੁਹਾਡੇ ਸਰੀਰ ਨੂੰ ਇਸ ਦੇ ਲਈ ਸ਼ਰਤ ਨਹੀਂ ਹੈ, ਤਾਂ ਤੁਹਾਡੇ ਜ਼ਿਆਦਾ ਤੋਂ ਜ਼ਿਆਦਾ ਇੰਜਰੀਜ਼ ਹੋਣ ਦੇ ਜੋਖਮ ਵੀ ਵੱਧ ਸਕਦੇ ਹਨ। ਨੰਬਰ ਅਗੇ 7.6, ਫਸਟ ਏਡ, ਏਮ ਐਂਡ ਆਬਜੈਕਟਿਵ, ਮੀਨਿੰਗ ਐਂਡ ਏਮਸ ਆਫ ਫਸਟ ਏਡ। ਫਸਟ ਏਡ ਮੁੱਢਲੀ ਅਤੇ ਪਹਿਲੀ ਹੈਲਪ ਨੂੰ ਦਰਸਾਉਂਦਾ ਹੈ ਜੋ ਕਿਸੇ ਜ਼ਖਮੀ ਜਾਂ ਬਿਮਾਰ ਵਿਅਕਤੀ ਨੂੰ ਦਿੱਤੀ ਜਾਂਦੀ ਹੈ। ਫਸਟ ਏਡ ਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਦਾ ਇਲਾਜ ਇੱਕ ਮੈਡੀਕਲ ਏਡ ਜਿਸ ਦਾ ਇਲਾਜ ਡਾਕਟਰ ਜਾਂ ਯੋਗ ਵਿਅਕਤੀ ਜਿਵੇਂ ਨਰਸ, ਐਂਬੂਲੈਂਸ ਅਧਿਕਾਰੀ ਦੁਆਰਾ ਹੀ ਕੀਤਾ ਜਾਂਦਾ ਹੈ। ਫਸਟ ਏਡ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਕੋਈ ਵਿਅਕਤੀ ਐਕਸੀਡੈਂਟ ਵਾਲੇ ਸਥਾਨ 'ਤੇ ਪਹੁੰਚਦਾ ਹੈ। ਉਦੋਂ ਤੱਕ ਜਾਰੀ ਰਹਿੰਦਾ ਹੈ ਜਦੋਂ ਤੱਕ ਇੰਜਰਡ ਠੀਕ ਨਹੀਂ ਹੁੰਦਾ ਜਾਂ ਮੈਡੀਕਲ ਏਡ ਨਹੀਂ ਮਿਲਦੀ। ਫਸਟ ਏਡ ਦਾ ਸਭ ਤੋਂ ਸਪਸ਼ਟ ਏਮ ਜ਼ਿੰਦਗੀ ਨੂੰ ਬਚਾਉਣਾ ਹੈ। ਨੰਬਰ 1 ਇਹਦਾ ਹੈਗਾ ਜੀ, ਪ੍ਰਜ਼ਰਵ ਲਾਈਫ। ਜੇ ਕੋਈ ਜਾਨਲੇਵਾ ਕੰਡੀਸ਼ਨ ਪੈਦਾ ਹੋ ਜਾਂਦੀ ਹੈ ਤਾਂ ਫਸਟ ਏਡ ਨੂੰ ਹਾਦਸੇ ਨੂੰ ਜਿੰਦਾ ਰੱਖਣ ਲਈ ਪ੍ਰੋਸੀਜਰ ਦੀ ਨੌਲੇਜ ਹੋਣੀ ਚਾਹੀਦੀ ਹੈ। ਨੰਬਰ 2, ਪ੍ਰੋਟੈਕਟ ਦਾ ਅਨਕੌਂਸ਼ੀਅਸਨੈਸ। ਜੇ ਕਿਸੇ ਵਿਅਕਤੀ ਨੂੰ ਅਗਲੇ ਸਾਰੇ ਖਤਰਿਆਂ ਤੋਂ ਅਲੱਗ ਕਰਕੇ ਇੱਕ ਅਜਿਹੀ ਸਥਿਤੀ ਵਿੱਚ ਰੱਖਣਾ ਚਾਹੀਦਾ ਹੈ ਜਿੱਥੇ ਉਹਨਾਂ ਦੀ ਇੰਜਰੀ ਜਾਂ ਇਲਨੈਸ ਨੂੰ ਬਦਤਰ ਨਾ ਹੋ ਜਾਵੇ। ਨੰਬਰ 3, ਪ੍ਰੀਵੈਂਸ਼ਨ
injury or illness becoming worse। ਕੈਜੁਅਲਟੀ ਇੰਜਰੀਜ਼ ਐਂਡ ਇਲਨੈਸ ਕਾਰਨ ਬਣਨਾ ਚਾਹੀਦਾ ਹੈ ਤਾਂ ਜੋ ਉਸ ਦੀ ਇੰਜਰੀ ਜਾਂ ਇਲਨੈਸ ਤੋਂ ਪੈਦਾ ਹੋਣ ਵਾਲੀਆਂ ਪੇਚੀਦਗੀਆਂ ਨੂੰ ਰੋਕਿਆ ਜਾ ਸਕੇ। ਭਾਵ ਫ੍ਰੈਕਚਰਡ ਬੋਨਸ ਨਿਰੰਤਰ ਬਣਾਇਆ ਜਾਣਾ, ਖੂਨ ਬਲੱਡ ਫਲੋ ਨੂੰ ਕੰਟਰੋਲ ਕੀਤਾ ਜਾਣਾ ਚਾਹੀਦਾ ਹੈ। ਨੰਬਰ 4 ਪ੍ਰਮੋਟ ਰਿਕਵਰੀ। ਫਸਟ ਏਡ ਇੰਜਰਡ ਵਿਅਕਤੀ ਨੂੰ ਭਰੋਸਾ ਦਿਵਾਵੇ ਕਿ ਆਰਾਮਦਾਇਕ ਬਣਾ ਕੇ ਅਤੇ ਐਮਰਜੈਂਸੀ ਕਾਲ ਦਾ ਪ੍ਰਬੰਧ ਕਰਕੇ ਸਪੀਡ ਰਿਕਵਰੀ ਵਧਾ ਸਕਦਾ ਹੈ। ਨੈਕਸਟ ਹੈਗਾ ਜੀ ਪ੍ਰੋਕਿਓਰ ਮੈਡੀਕਲ ਕੇਅਰ। ਜ਼ਿਆਦਾਤਰ ਮਾਮਲਿਆਂ ਵਿੱਚ ਕੁਆਲੀਫਾਈਡ ਮੈਡੀਕਲ ਅਸਿਸਟੈਂਸ ਦੀ ਜ਼ਰੂਰਤ ਹੋਵੇਗੀ, ਇਸ ਲਈ ਇਸ ਨੂੰ ਮੇਜਰ ਪ੍ਰਾਇਓਰਟੀ ਹੋਣੀ ਚਾਹੀਦੀ ਹੈ। ਜਿੱਥੇ ਬਾਈਸਟੈਂਡਰ ਵਾਲੇ ਹੋਣ ਤਾਂ ਉਹਨਾਂ ਨੂੰ ਤੁਰੰਤ ਡਾਕਟਰੀ ਐਡਵਾਈਸ ਲੈਣ ਲਈ ਭੇਜਿਆ ਜਾਣਾ ਚਾਹੀਦਾ ਹੈ। ਜੇ ਫਸਟ ਏਡ ਦੇਣ ਵਾਲਾ ਵਿਅਕਤੀ ਇਕੱਲਾ ਹੈ ਤਾਂ ਉਸ ਨੂੰ ਲਾਜ਼ਮੀ ਤੌਰ 'ਤੇ ਕੈਜੁਅਲਟੀ ਵਿੱਚ ਜਾਣਾ ਚਾਹੀਦਾ ਹੈ, ਫਿਰ ਜਲਦੀ ਤੋਂ ਜਲਦੀ ਮੈਡੀਕਲ ਹੈਲਪ ਲੈਣੀ ਚਾਹੀਦੀ ਹੈ। ਨੰਬਰ 6 ਹੈਗਾ ਜੀ ਟੂ ਡਿਕਰੀਜ਼ ਪੇਨ ਐਂਡ ਸਫਰਿੰਗ। ਪੇਨ ਨੂੰ ਘਟਾਉਣਾ ਅਤੇ ਇੰਜਰਡ ਦੇ ਸਫਰਿੰਗ ਨੂੰ ਘਟਾਉਣਾ ਫਸਟ ਏਡ ਦਾ ਮੇਨ ਏਮ ਹੈ। ਪੇਸ਼ੈਂਟ ਨੂੰ ਕੰਫਰਟੇਬਲ ਬਣਾਉਣ ਅਤੇ ਜਿੰਨੀ ਜਲਦੀ ਹੋ ਸਕੇ ਮੈਡੀਕਲ ਹੈਲਪ ਦੀ ਭਾਲ ਕਰੋ। ਇਹਦੇ ਅੱਗੇ ਪ੍ਰਿੰਸੀਪਲ ਆ ਗਏ ਫਸਟ ਏਡ ਦੇ। ਇਮੀਡੀਏਟ ਐਕਸ਼ਨ ਪਹਿਲਾ ਪੁਆਇੰਟ ਹੈਗਾ ਜੀ। ਇਮੀਡੀਏਟ ਐਕਸ਼ਨ ਲੈਣਾ ਫਸਟ ਏਡ ਦੀ ਜ਼ਰੂਰੀ ਇੱਕ ਪ੍ਰਿੰਸੀਪਲ ਹੈ। ਬਾਈਸਟੈਂਡਰ ਐਂਡ ਰਿਲੇਟਿਵਸ ਕਿਸੇ ਇੰਜਰੀ ਜਾਂ ਇਲਨੈਸ ਦੇ ਸਿੰਪਟਮ ਨੂੰ ਪਛਾਣ ਨਹੀਂ ਸਕਦੇ ਅਤੇ ਮਦਦ ਮੰਗਣ ਤੋਂ ਪਹਿਲਾਂ ਕੁਝ ਘੰਟਿਆਂ ਦੀ ਉਡੀਕ ਕਰ ਸਕਦੇ ਹਨ। ਜੇ ਕੋਈ ਵਿਅਕਤੀ ਬਿਮਾਰ ਜਾਂ ਇੰਜਰਡ ਹੈ ਤਾਂ ਉਹਨਾਂ ਨੂੰ ਸਹਾਇਤਾ ਦੀ ਜ਼ਰੂਰਤ ਹੈ ਅਤੇ ਉਹਨਾਂ ਨੂੰ ਤੁਰੰਤ ਇਸ ਦੀ ਜ਼ਰੂਰਤ ਹੈ। ਇਫੈਕਟਿਵ ਫਸਟ ਏਡ ਇੰਜਰਡ ਵਿਅਕਤੀ ਨੂੰ ਚੰਗੀ ਸਿਹਤਯਾਬੀ ਦਾ ਵਧੇਰੇ ਮੌਕਾ ਦਿੰਦਾ ਹੈ। ਸੈਕਿੰਡ ਹੈਗਾ ਜੀ ਡੋਂਟ ਪੈਨਿਕ। ਇਹ ਮਹੱਤਵਪੂਰਨ ਹੈ ਕਿ ਫਸਟ ਏਡਰ ਨੂੰ ਘਬਰਾਉਣਾ ਨਹੀਂ ਚਾਹੀਦਾ ਅਤੇ ਕਾਰਵਾਈ ਦੀ ਪਲਾਨ ਬਣਾਉਣਾ ਚਾਹੀਦਾ ਹੈ। ਬਹੁਤ ਜ਼ਿਆਦਾ ਦੇਰੀ ਕੀਤੇ ਬਿਨਾਂ ਸਾਵਧਾਨੀ ਅਤੇ ਡੈਲੀਬਰੇਟ ਕੀਤੀ ਗਈ ਕਾਰਵਾਈ ਹਾਦਸੇ ਲਈ ਸਭ ਤੋਂ ਲਾਭਦਾਇਕ ਹੈ। ਸ਼ਾਂਤ ਰਹਿਣ ਦੀ ਕੋਸ਼ਿਸ਼ ਕਰੋ ਅਤੇ ਆਪਣੀਆਂ ਕਿਰਿਆਵਾਂ ਬਾਰੇ ਸੋਚੋ। ਇੱਕ ਸ਼ਾਂਤ ਅਤੇ ਨਿਰੰਤਰ ਫਸਟ ਏਡਰ ਹਰ ਇੱਕ ਨੂੰ ਭਰੋਸਾ ਦਿਵਾਏ ਕਿ ਘਟਨਾ ਨੂੰ ਐਫੀਸ਼ੀਐਂਟਲੀ ਅਤੇ ਇਫੈਕਟਿਵਲੀ ਢੰਗ ਨਾਲ ਸੰਭਾਲਿਆ ਜਾ ਰਿਹਾ ਹੈ। ਥਰਡ ਹੈਗਾ ਜੀ ਰੀਇੰਸ਼ੋਰੈਂਸ। ਰੀਅਸ਼ੋਰੈਂਸ ਦਾ ਫਿਜ਼ੀਓਲੋਜੀਕਲ ਵੈਲਿਊ ਫਸਟ ਏਡ ਵਿੱਚ ਇੱਕ ਇੰਪੋਰਟੈਂਟ ਰੋਲ ਪਲੇ ਕਰਦਾ ਹੈ। ਜਿੰਨਾ ਇਲਾਜ ਜਿਹੜਾ ਫਸਟ ਏਡਰ ਦੇ ਸਕਦਾ ਹੈ, ਇੰਜਰਡ ਨੂੰ ਦਿਲਾਸਾ ਅਤੇ ਭਰੋਸਾ ਦਿਓ। ਜਿਵੇਂ ਕਿ ਕੁਝ ਮਾਮਲਿਆਂ ਵਿੱਚ ਹਾਦਸੇ ਦੀਆਂ ਸਾਰੀਆਂ ਜ਼ਰੂਰਤਾਂ ਇਮੋਸ਼ਨਲ ਸਪੋਰਟਸ 'ਤੇ ਭਰੋਸਾ ਕਰਦੀ ਹੈ। ਫਸਟ ਏਡਰ ਦੁਆਰਾ ਇੱਕ ਸ਼ਾਂਤ ਪਹੁੰਚ ਅਤੇ ਜ਼ਖਮੀ ਵਿਅਕਤੀ ਨੂੰ ਜੋ ਹੋ ਰਿਹਾ ਹੈ ਉਸ ਬਾਰੇ ਦੱਸਦੇ ਹੋਏ ਰੀਇਸ਼ੋਰੈਂਸ ਪ੍ਰੋਸੈਸ ਵਿੱਚ ਹੈਲਪ ਕਰੋ। ਨੰਬਰ 4 ਕਲਚਰਲ ਅਵੇਅਰਨੈਸ। ਕਲਚਰਲ ਅਵੇਅਰਨੈਸ ਤੁਹਾਡੇ ਵਿਵਹਾਰ ਅਤੇ ਵਿਸ਼ਵਾਸ, ਸਿਹਤ, ਬਿਮਾਰੀ ਅਤੇ ਦੇਖਭਾਲ ਨੂੰ ਪ੍ਰਭਾਵ ਨੂੰ ਸਮਝ ਰਹੀ ਹੈ। ਇਹ ਸੁਨਿਸ਼ਚਿਤ ਕਰੋ ਕਿ ਤੁਹਾਨੂੰ ਕਿਸੇ ਹਾਦਸੇ ਦੀ ਜਾਂਚ ਕਰਨ ਜਾਂ ਇਲਾਜ ਮੁਹੱਈਆ ਕਰਾਉਣ ਦੀ ਇਜਾਜ਼ਤ ਮਿਲਦੀ ਹੈ। ਤੁਹਾਨੂੰ ਸਦਾ ਜ਼ਖਮੀ ਵਿਅਕਤੀ ਦਾ ਆਦਰ ਨਾਲ ਪੇਸ਼ ਆਉਣਾ ਚਾਹੀਦਾ ਹੈ ਅਤੇ ਉਹਨਾਂ ਦੇ ਅਧਿਕਾਰਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜਿਨ੍ਹਾਂ ਨੂੰ ਟੱਚ ਐਂਡ ਟ੍ਰੀਟਡ ਨਾ ਕੀਤਾ ਜਾਵੇ। ਫਸਟ ਏਡ ਇਨ ਕਾਮਨ ਸਪੋਰਟਸ ਇੰਜਰੀਜ਼ ਮਤਲਬ ਕਿ ਕਿਹੜੀਆਂ ਹੋ ਸਕਦੀਆਂ। ਇਹ ਬਹੁਤ ਇੰਪੋਰਟੈਂਟ ਫਿਜ਼ੀਕਲ ਐਜੂਕੇਸ਼ਨ ਟੀਚਰ, ਕੋਚ, ਟ੍ਰੇਨਰ ਐਕਸੈਟਰਾ ਫਸਟ ਏਡ ਦਾ ਸਹੀ ਗਿਆਨ ਹੋਣਾ ਚਾਹੀਦਾ ਹੈ। ਇੰਜਰੀ ਖੇਡਾਂ ਵਿੱਚ ਕਿਸੇ ਵੀ ਸਮੇਂ ਹੋ ਸਕਦੀ ਹੈ। ਇੱਕ ਫਸਟ ਏਡਰ ਨੂੰ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇਹ ਹੈਗਾ ਜੀ ਪਹਿਲਾ ਪੁਆਇੰਟ। ਸਭ ਤੋਂ ਪਹਿਲਾਂ ਬਿਨਾਂ ਸਮੇਂ ਦੀ ਬਰਬਾਦੀ ਕੀਤੇ ਹੈਲਪ ਲਈ ਜਲਦੀ ਜਵਾਬ ਦਿਓ। ਸੈਕਿੰਡ ਇੰਜਰਡ ਲਈ ਸ਼ਾਂਤ ਅਤੇ ਮੈਥੋਡੈਲਿਕ ਅਪਰੋਚ ਅਪਣਾਓ। ਸੀ ਪਾਰਟ ਹੈਗਾ ਜੀ ਇੰਜਰਡ ਲਈ ਜਲਦੀ ਅਤੇ ਭਰੋਸੇਮੰਦ ਐਗਜ਼ਾਮੀਨੇਸ਼ਨ ਮਦਦਗਾਰ ਹੋਵੇਗੀ। ਕਿਸੇ ਇੰਜਰਡ ਦੀ ਲੌਂਗ ਐਂਡ ਐਲੋਬਰੇਟ ਜਾਂਚ ਵਿੱਚ ਬਿਤਾਇਆ ਸਮਾਂ ਉਸ ਦੀ ਅਖੀਰਲੀ ਸਿਹਤਯਾਬੀ ਵਿੱਚ ਖਤਮ ਹੋ ਸਕਦਾ ਹੈ। ਡੀ ਪੁਆਇੰਟ ਹੈਗਾ ਜੀ ਓਬਵੀਅਸ ਇੰਜਰੀ ਐਂਡ ਕੰਡੀਸ਼ਨ ਦਾ ਇਲਾਜ ਜੀਵਨ ਨੂੰ ਖਤਰੇ ਵਿੱਚ ਪਾਉਣ ਵਾਲੀ ਅਰਥਾਤ ਇੱਕ ਪੂਰੀ ਤਰ੍ਹਾਂ ਡਾਇਗਨੋਸਿਸ ਕਰਨ ਤੋਂ ਪਹਿਲਾਂ ਸੈਵਰ ਬਲੀਡਿੰਗ ਦਾ ਸ਼ੌਕ ਐਕਸੈਟਰਾ। ਈ ਪਾਰਟ ਹੈਗਾ ਜੀ ਜੇ ਹੈਲਪ ਮਿਲਦੀ ਹੈ ਤਾਂ ਤੁਰੰਤ ਹੈਲਪ ਪ੍ਰਦਾਨ ਕਰੋ। ਜੇ ਇਕਵਿਪਮੈਂਟ ਮੌਜੂਦ ਨਹੀਂ ਹਨ ਤਾਂ ਫਸਟ ਏਡਰ ਨੂੰ ਲਾਜ਼ਮੀ ਤੌਰ 'ਤੇ ਜੋ ਕਿ ਮਿਲੇ ਸਮੱਗਰੀ 'ਤੇ ਨਿਰਭਰ ਕਰਨਾ ਚਾਹੀਦਾ ਹੈ ਜਿਸ ਵਿੱਚ ਸੁਧਾਰ ਕਰਨਾ ਪਵੇ। ਐਫ ਪੁਆਇੰਟ ਹੈਗਾ ਜੀ ਲੋੜ ਪਵੇ ਤਾਂ ਨਕਲੀ ਸਾਹ ਦਿਓ। ਜੀ ਹੈਗਾ ਜੀ ਬਲੀਡਿੰਗ ਨੂੰ ਜਿੰਨਾ ਜਲਦੀ ਹੋ ਸਕੇ ਬੰਦ ਕਰੋ। ਐਚ ਪੁਆਇੰਟ ਇੰਜਰਡ ਨੂੰ ਜੈਂਟਲੀ ਹੈਂਡਲ ਕਰੋ। ਆਈ ਪੁਆਇੰਟ ਘੱਟ ਤੋਂ ਘੱਟ ਕਰੋ। ਜਿਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਉਹੀ ਕਰੋ, ਬਾਕੀ ਡਾਕਟਰ 'ਤੇ ਛੱਡੋ। ਜੇ ਪੁਆਇੰਟ ਹੈਗਾ ਜੀ ਲੋਕਾਂ ਨੂੰ ਭੀੜ ਨਾ ਪੈਣ ਦਿਓ ਜਿਸ ਨਾਲ ਦਹਿਸ਼ਤ ਪੈਦਾ ਹੋ ਸਕਦੀ ਹੈ। ਕੇ ਪੁਆਇੰਟ ਹੈਗਾ ਜੀ ਡਾਕਟਰ ਦਾ ਪ੍ਰਬੰਧ ਕਰੋ ਅਤੇ ਜ਼ਖਮੀ ਨੂੰ ਜਲਦੀ ਤੋਂ ਜਲਦੀ ਡਾਕਟਰ ਕੋਲ ਲੈ ਜਾਓ।
ਬੇਟਾ ਇੱਥੇ ਆਪਣਾ ਚੈਪਟਰ ਨੰਬਰ 7 ਖਤਮ ਹੋ ਗਿਆ ਜੀ। ਥੈਂਕ ਯੂ ਵੈਰੀ ਮਚ।